बिस्मिल्लाहिर्रहमानिर्रहीम। अस्सलाम वालेकुम वीवर्स, वेलकम टू किसान दोस्त की तरफ से खुशामदीद। वीवर्स, मलिक शहबाज के डेयरी फार्म पर मौजूद हूँ, जिनके पास 40 से 50 जानवर और 3 साल का तजर्बा है। आपके साथ इन 40 से 50 जानवरों की डेली की रूटीन और इनका 3 साल तजर्बा शेयर करूँगा। आपसे करता हूँ रिक्वेस्ट, वीडियो को एंड तक ज़रूर देखिएगा, इंशाल्लाह आपको फ़ायदा ज़रूर होगा। तो चलिए इनसे करते हैं बात। अस्सलामुअलैकुम। वालेकुम सलाम जी। ਵੀਰ ਜੀ ਕੀ ਹਾਲ ਹੈ ਤੁਹਾਡਾ? अल्लाह का शुक्र है जी। ਵੀਰ ਜੀ ਪਹਿਲਾਂ ਤੇ ਆਪਣਾ ਨਾਮ ਦੱਸੋ। मलक शहबाज मेरा नाम है जी। ਮਲਕ ਸ਼ਹਬਾਜ਼ ਸਾਹਿਬ ਕਿਹੜੇ ਇਲਾਕੇ ਨਾਲ ਤਾਲੁਕ ਰੱਖਦੇ ਹੋ? इलाका सर तुहाडा तहसील पसरूर जिला सियालकोट। ਅੱਛਾ, ਮਾਸ਼ਾਅੱਲਾ। ਡੇਰੀ ਫਾਰਮਿੰਗ ਕਿੰਨੇ ਸਾਲਾਂ ਤੋਂ ਕਰਦੇ ਪਏ ਹੋ? ये तीन साल हो गए ने जी मैनूं करदे। 3 ਸਾਲਾਂ ਦਾ ਤਜਰਬਾ ਕਿਸ ਤਰ੍ਹਾਂ ਦਾ ਰਿਹਾ ਹੈ? अल्हम्दुलिल्लाह ठीक है। ਮੁਤਮਿਨ ਹੋ? हाँ जी ਖੁਸ਼ ਹੋ? बिल्कुल खुश। 3 ਸਾਲਾਂ ਦੇ ਵਿੱਚ ਡੇਰੀ ਫਾਰਮਿੰਗ ਦੇ ਅਮਲ ਵਿੱਚ ਤੁਹਾਨੂੰ ਕਿਹੜੇ-ਕਿਹੜੇ ਮਸਲਿਆਂ ਦਾ ਸਾਹਮਣਾ ਕਰਨਾ ਪਿਆ? देखो जी, मसले तो जानवर रखे बहुत ज़्यादा आते हैं जी जी। इस वास्ते ज़ाहरे डंगर बीमार हो जाता है तो ज़ाहरे सारा कुछ करना पैंदा वे जी ते बजाते खुद कर लेदा जी, ना पेश जाए तो फिर डॉक्टर साहब नूं सदना पैंदा। ਅੱਛਾ, ਮਸਲਿਆਂ ਦੇ ਵਿੱਚ ਜਾਨਵਰਾਂ ਦੀਆਂ ਬਿਮਾਰੀਆਂ ਸਾਹਮਣੇ ਆਈਆਂ। जी, जी। ਅੱਛਾ, ਬਿਮਾਰੀਆਂ ਕੋਈ ਕਿਸ ਤਰ੍ਹਾਂ ਦੀਆਂ ਸਾਹਮਣੇ ਆਈਆਂ ਜੀ? ज़्यादा सारा बीमारियां तो बहुत ज़्यादा ने। ज़्यादा इन्हां दा BP लो हो जाता वे तो थोड़ा बहुत आप ही कर लेदा वे। ਵੈਰੀ ਗੁੱਡ। हाँ जी। ਪਹਿਲੇ ਫਾਰਮਰੋ ਜਿਹੜਾ ਬਲੱਡ ਪ੍ਰੈਸ਼ਰ ਦਾ ਵੀ ਦੱਸਦੇ ਪਏ ਕੋਈ ਜਾਨਵਰਾਂ ਨੂੰ ਮਸਲਾ ਹੁੰਦਾ ਹੈ, ਵਰਨਾ ਹੀ ਇਨਸਾਨਾਂ ਦਾ ਸੁਣਿਆ ਹੀ, ਜਾਨਵਰਾਂ ਤੁਸੀਂ ਮਾਸ਼ਾਅੱਲਾ ਦੱਸਿਆ। नहीं BP इन्हां दा हो जाता तो BP ने फिर पट्ठे नहीं डंगर खांदा तो फिर कंन दा चेक करीदा कंन तो ਅੱਛਾ, फिर कंन ठंडा हुंदा तो फिर पता लग जाता कि जानवर दा BP घटिया। ਦੁਬਾਰਾ ਮਿੱਟੀ ਤਰੀਕਾ ਲੱਗਦਾ। ਦੱਸਿਓ, ਕੰਨ ਚੈੱਕ ਕਰਕੇ ਕੀ ਉਹਦਾ ਠੰਡਾ ਜਾਂ ਗਰਮ ਹੋਣੇ ਤੋਂ ਪਤਾ ਲੱਗਦਾ ਹੈ? वो ठंडा हुंदा जी, ਤੇ ਉਹ ਟੈਂਪਰੇਚਰ ਘੱਟ ਹੁੰਦਾ ਹੈ? घट होया हुंदा तो फिर 5 ग्राम दा टीका लाईदा ते वो ठीक हो जाता। ਟੈਂਪਰੇਚਰ ਠੀਕ ਹੋ ਜਾਂਦਾ ਹਾਂਜੀ, ਹੈ? ਦੋ ਅੱਛਾ, ਲੱਗ ਟੈਂਪਰੇਚਰ ਦਾ ਘਟਣਾ ਵਧਣਾ ਕੋਈ ਖਤਰਨਾਕ ਬਿਮਾਰੀ ਤਾਂ ਨਹੀਂ? नहीं बीमारी ऐसी खतरनाक नहीं है, वैसे डंगर वे पट्ठे नहीं खाएगा तो मसलन सेहत जेड़ी कमजोर रहेगी। ਸਿਹਤ ਕਮਜ਼ੋਰ ਹੋ ਜਾਏਗੀ। ਹਾਂਜੀ। ਅੱਛਾ, ਤੁਹਾਡੀ ਸਿਹਤ ਮਾਸ਼ਾਅੱਲਾ, ਤੁਸੀਂ ਮਾਸ਼ਾਅੱਲਾ, ਅੱਲਾ ਤੁਹਾਨੂੰ ਤੰਦਰੁਸਤੀ ਦੇ। ਤੁਸੀਂ ਵੀ ਮਾੜੇ ਲੱਗਦੇ ਪਏ ਹੋ, ਤੁਹਾਡੇ ਜਾਨਵਰ ਵੀ ਸਾਨੂੰ ਮਾੜੇ ਲੱਗਦੇ ਪਏ ਨੇ। ਤੇ ਸਰ ਸਾਡੀ ਰਾਤ ਦਿਨ ਦੀ ਸਰਵਿਸ ਹੈ। ਰਾਤ ਦਿਨ ਦੇ ਚੱਲੇ ਦੇ ਹਾਂਜੀ, ਹੋ ਬੰਦਾ ਕੋਈ ਨਹੀਂ, ਅਸੀਂ ਆਪਣੇ ਹੀ ਕੰਮ ਕਰ ਰਹੇ ਹਾਂ ਤੇ ਰਾਤ ਦਿਨ ਸਰਵਿਸ। ਮਾਸ਼ਾਅੱਲਾ। ਟੋਟਲ ਕਿੰਨੇ ਜਾਨਵਰ ਜੇ? ਟੋਟਲ ਤਕਰੀਬਨ ਮੈਕਸਿਮਮ ਕੋਈ 40 ਤੋਂ 50 ਥਾਂ ਹੈ। ਅੱਛਾ, 40 ਤੋਂ 50 ਜਾਨਵਰਾਂ ਨੂੰ ਕਿੰਨੇ ਬੰਦੇ ਮੈਨੇਜ ਕਰਦੇ ਪਏ ਹੋ? ਆਪ ਹੀ ਅਸੀਂ ਹਾਂ ਜੀ, 3-4 ਬੱਚੇ ਨੇ, 2 ਮੇਰੇ ਵੱਡੇ ਤੇ 1 ਮੈਂ ਵਾਂ ਤੇ ਮੇਰੀ 2 ਸਾਹਿਬਜ਼ਾਦੇ, 1 ਤੁਸੀਂ ਤੇ ਨਾਲ ਤੁਹਾਡੀ ਮਿਸਿਸ। ਹਾਂਜੀ। ਅੱਛਾ, ਕੀ ਲੱਗਦਾ ਹੈ ਕਿ ਘਰ ਦੀ ਫੈਮਿਲੀ ਮੈਂਬਰਸ ਇਹ ਕੰਮ ਕਰ ਲੈਂਦੇ ਹੋ? ਮੁਸ਼ਕਿਲ ਕੰਮ ਨਹੀਂ? ਨਹੀਂ ਸਰ, ਅਸੀਂ ਬਹੁਤ ਖੁਸ਼ ਹਾਂ ਇਹਦੇ 'ਚ। ਮਾਸ਼ਾਅੱਲਾ ਹਾਂਜੀ, ਬਹੁਤ ਖੁਸ਼ ਹਾਂ। ਘਰ ਬਹਿ ਕੇ ਸਾਨੂੰ ਅਲਹਮਦੁਲਿਲਾ ਅੱਲਾ ਰੋਟੀ ਦੇ ਰਿਹਾ ਤੇ ਬੜੇ ਖੁਸ਼ ਹਾਂ। ਮਾਸ਼ਾਅੱਲਾ। ਅੱਛਾ, ਜਾਨਵਰ ਵੀ ਜਿਸ ਤਰ੍ਹਾਂ ਇਨਸਾਨ ਦਾ ਜਿਸਮ ਪੂਰੀ ਇੱਕ ਕਾਇਨਾਤ ਹੈ, ਜੀ ਜੀ। ਜਾਨਵਰ ਵਿੱਚ ਵੀ ਤੁਸੀਂ ਦੱਸਿਆ ਤਰ੍ਹਾਂ ਦੀ ਬਿਮਾਰੀਆਂ ਨੇ। ਹਾਂਜੀ, ਤਰ੍ਹਾਂ। ਅੱਛਾ, 3 ਸਾਲਾਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਤੁਸੀਂ ਜਾਨਵਰਾਂ ਨੂੰ ਕਿੰਨਾ ਕੁ ਸਮਝ ਲਿਆ ਹੈ? ਸਾਰੇ ਇਹਨਾਂ ਨੂੰ ਤਕਰੀਬਨ ਰਹਿਣਾ ਜੋ ਇਹਨਾਂ ਦੇ ਵਿੱਚ ਹੀ ਹੁੰਦਾ ਹੈ ਤੇ ਜ਼ਾਹਰੇ ਪਤਾ ਲੱਗ ਜਾਂਦਾ ਕਿ ਇਸ ਟਾਈਮ ਇਹਨੂੰ ਇਹ ਮਸਲਾ ਵੇ, ਉਰੇ ਤੋਂ ਉਰੀ ਟ੍ਰੀਟਮੈਂਟ ਕਰ ਲਈਦਾ ਵੇ। ਅੱਛਾ, ਜਾਨਵਰਾਂ ਦੀ ਬਿਮਾਰੀਆਂ ਦੇ ਇਲਾਵਾ ਮਹਿੰਗਾਈ ਵੀ ਇੱਕ ਮਸਲਾ ਹੈ, ਹਾਂ ਬਹੁਤ ਜ਼ਿਆਦਾ। ਇਹਦੇ ਨਾਲ ਕਿਵੇਂ ਨਿਬੜਦੇ ਹੋ? ਇਹਦੇ ਨਾਲ ਵੀ ਸਰ ਜੀ ਜ਼ਾਹਰ ਜਿਉਂ ਪੱਠਾ ਮਹਿੰਗਾ ਹੋ ਰਿਹਾ ਤਾਂ ਉਸ ਤਰ੍ਹਾਂ ਹੀ ਦੁੱਧ ਦੀ ਰੂਟੀਨ ਨਾਲ ਵੀ ਥੋੜਾ ਜਿਹਾ ਮਹਿੰਗਾ ਕਰ ਲਈਦਾ ਵੇ ਉਹਨੂੰ। ਅੱਛਾ। ਹਾਂਜੀ। ਅੱਛਾ, ਇਹ ਦੱਸੋ ਕਿ ਤੁਹਾਡੇ ਕੋਲ ਜਿਹੜੇ ਜਾਨਵਰ ਨੇ ਕਿਹੜੀ ਨਸਲ ਦੇ ਨੇ? ਸਾਰਾ ਕੋਈ ਨੀਲੀ ਦੇ ਨੇ, ਸਾਹੀਵਾਲ ਵੀ ਲਿਆਈਦਾ ਹੈ, ਇਸ ਤਰ੍ਹਾਂ ਹੀ ਪਾਰੋਂ ਅੱਗੋਂ ਵੀ ਜਾ ਕੇ ਲੈ ਆਈਦੇ ਨੇ ਜਿੱਥੋਂ ਦਿਲ ਕਰੇ। ਤੇ ਨੀਲੀ ਤੋਂ ਜਿਹੜਾ ਕੋਈ ਜਾਨਵਰ ਲਿਆਂਦਾ ਜੇ, ਉਹਦਾ ਮੈਕਸਿਮਮ ਦੁੱਧ ਦੇਣ ਦੀ ਪੈਦਾਵਾਰ ਕਿੰਨੀ ਕੁ ਰਹੀ ਹੈ? ਉਹ ਤਕਰੀਬਨ ਜੀ ਕੋਈ 9-10 ਕਿਲੋ ਟਾਈਮ ਦੀਆਂ ਧਾਰਾਂ ਦੇ ਛੱਡਦੀ ਮੱਝ। ਮਾਸ਼ਾਅੱਲਾ, ਬਹੁਤ ਚੰਗੀ ਹੈ। ਫਿਰ ਤੁਹਾਡੇ 3 ਸਾਲਾਂ ਦਾ ਤਜਰਬਾ ਤੇ 40-50 ਜਾਨਵਰਾਂ ਦਾ ਤਜਰਬੇ ਤੋਂ ਬਾਅਦ ਤੁਸੀਂ ਇਹ ਨਤੀਜਾ ਕੱਢ ਸਕਦੇ ਹੋ ਕਿ ਨੀਲੀ ਦੀਆਂ ਮੱਝਾਂ ਬਿਹਤਰੀਨ ਨੇ? ਹਾਂਜੀ, ਬਿਹਤਰੀਨ ਨੇ ਨੀਲੀ ਦੀਆਂ ਜੀ। ਸਾਹੀਵਾਲੋਂ ਵੀ ਲੋਕੀ ਲਿਆਉਂਦੇ ਨੇ, ਪਰ ਨੀਲੀ ਰਾਵੀ ਦੀ ਬਹੁਤ ਅੱਛੀ ਮੱਝ ਹੈ। ਸਾਹੀਵਾਲ ਦੀ ਵੀ ਤਕਰੀਬਨ ਠੀਕ ਰਹਿੰਦੀ ਹੈ? ਠੀਕ ਹੈ ਉਹ ਵੀ। ਠੀਕ ਹੈ। ਅੱਛਾ, ਇਹ ਦੱਸੋ ਕਿ ਇਹ ਜਦੋਂ ਤੁਸੀਂ ਡੇਅਰੀ ਫਾਰਮ ਦਾ ਆਗਾਜ਼ ਕੀਤਾ, ਇਹਦਾ ਖਿਆਲ ਕਿੱਥੋਂ ਆਇਆ ਸੀ ਤੇ ਇਹ ਕਰਨ ਤੋਂ ਪਹਿਲਾਂ ਕਿਹੜੇ ਇੰਤਜ਼ਾਮਾਤ ਪਹਿਲਾਂ ਤੁਸੀਂ ਕਰ ਲਏ ਸਨ? ਸਰ ਮੈਂ ਟਰਾਂਸਪੋਰਟਰੀ ਵਿੱਚ ਵੀ ਰਿਹਾ। ਅੱਛਾ। ਇਹ ਫਿਰ 3 ਸਾਲ ਹੋ ਗਏ ਨੇ, ਜੋ ਮਜ਼ਾ ਇਹਦੇ 'ਚ ਆਇਆ ਉਹਦੇ 'ਚ ਨਹੀਂ ਆਇਆ। ਮਾਸ਼ਾਅੱਲਾ, ਮਜ਼ਾ ਆਇਆ? ਮਜ਼ਾ ਆਇਆ ਇਹਦੇ ਵਿੱਚ। ਠੀਕ ਹੈ। ਹਾਂਜੀ। ਅਗਰ ਮੈਂ ਪੁੱਛਾਂ ਕਿ ਇਸ ਕਾਰੋਬਾਰ ਦੀ ਇੱਕ ਖੂਬੀ ਦੱਸੋ ਤੇ ਇੱਕ ਖਾਮੀ ਦੱਸੋ ਤੇ ਕੀ ਦੱਸੋਗੇ? ਸਾਰੇ ਤੇ ਹੁਣ ਤੁਸੀਂ ਬਿਹਤਰ ਸਮਝਦੇ ਹੋ ਕਿ ਖੂਬੀਆਂ ਮਾਸ਼ਾਅੱਲਾ ਇਹ ਬਿਹਤਰੀਨ ਕੰਮ ਹੈ ਮਾਸ਼ਾਅੱਲਾ, ਤੇ ਅਸੀਂ ਬੜੇ ਖੁਸ਼ ਹਾਂ। ਸਾਰੀ ਫੈਮਿਲੀ ਸਾਡੀ ਖੁਸ਼ ਹੈ, ਰਿਜ਼ਕ ਹਲਾਲ ਹੈ ਤੇ ਬਹੁਤ ਅੱਛਾ ਕੰਮ ਹੈ ਜੀ। ਹਾਂਜੀ। ਇਹ ਖੂਬੀ को ਖਾਮੀ ਵੀ ਦੱਸੋ। खामी सारे ये खामी समझो कि जो भी है
ਵਿਹਲਾ ਨਹੀਂ ਬੰਦਾ ਰਹਿ ਮੁਸ਼ਕਿਲ ਕੰਮ ਹੈ। ਨਹੀਂ ਕਿ ਅਸੀਂ ਕਿਤੇ ਨਾ ਖੁਸ਼ੀ ਤੇ ਜਾ ਸਕਨੇ ਆ ਗਮੀ ਤੇ ਜਾ ਸਕਦੇ। ਯਾਨੀ ਕਿ 24 ਘੰਟਿਆਂ ਦੀ ਫੁੱਲ ਡਿਊਟੀ ਹੈ। ਫੁੱਲ ਡਿਊਟੀ ਹੈ, ਜਾ ਨਹੀਂ ਸਕਦਾ, ਅਗਰ ਜਾਣਾ ਤੇ ਟਾਈਮ ਤੇ ਅਸਾਂ ਇੱਥੇ ਹਾਜ਼ਰ ਹੋਣਾ। ਕੀ ਸਮਝਦੇ ਹੋ ਤੁਹਾਡੀ ਕੰਡਕਟਰੀ ਕਰਨਾ ਮੁਸ਼ਕਿਲ ਹੀ ਕਿ ਡੇਅਰੀ ਫਾਰਮਿੰਗ ਕਰਨਾ ਮੁਸ਼ਕਿਲ ਹੈ? ਨਹੀਂ ਸਰ, ਉਹਦੇ ਚ ਇੱਜ਼ਤ ਨਹੀਂ, ਇਹਦੇ ਚ ਮਾਸ਼ਾਅੱਲਾ ਇੱਜ਼ਤ ਹੈ। ਮਾਸ਼ਾਅੱਲਾ ਡੇਅਰੀ ਨਾਲ ਇੱਜ਼ਤ ਹੁੰਦੀ ਇੱਜ਼ਤ ਹੈ। ਹਾਂਜੀ, ਮਾਸ਼ਾਅੱਲਾ। ਇਹ ਫਾਇਦਾ ਹੈ। ਇਹ ਦੱਸੋ ਕਿ ਤੁਹਾਡੇ ਇਹ 40-50 ਜਾਨਵਰਾਂ ਵਿੱਚੋਂ ਕਿੰਨੇ ਕੁ ਜਾਨਵਰ ਦੁੱਧ ਦੇ ਰਹੇ ਨੇ? ਦੁੱਧ ਮਾਸ਼ਾਅੱਲਾ ਹੀ ਸਾਡਾ ਕੋਲ 90 ਕਿਲੋ ਹੋ ਜਾਂਦਾ। 90 ਕਿਲੋ ਹੋ ਰਿਹਾ 17 ਜਾਨਵਰ ਦੇ ਰਹੇ ਨੇ ਜੀ। ਤੇ ਸਾਡੀ ਅਸਲੀ ਇਧਰ ਨਾ ਖੁਰਾਕ ਜ਼ਰਾ ਕਮਜ਼ੋਰ ਹੈ। ਕਮਜ਼ੋਰ ਕਿਉਂਕਿ ਸਾਡੀ ਜ਼ਮੀਨਾਂ ਰੇਤਲੀਆਂ ਨੇ। ਜੀ ਜੀ। ਸਾਡਾ ਪੱਠਾ ਕਮਜ਼ੋਰ ਹੈ, ਉਹਦੀ ਪੱਠੇ ਪਾਣੇ ਅਸੀਂ ਬੜੇ ਵਾਂ, ਮਗਰ ਜਾਨਵਰ ਨੂੰ ਲੱਗਦਾ ਘੱਟ। ਖੁਰਾਕ 'ਚ ਕੀ ਪਾਉਂਦੇ ਹੋ? ਖੁਰਾਕ ਸਾਰਾ ਅਸੀਂ ਵੰਡਾ ਪਾ ਰਹੇ ਹਾਂ ICI ਦਾ। ਇਹ ਬਹੁਤ ਅੱਛਾ ਵੇ, ਦੁੱਧ ਦੀ ਨਾਲ ਦੁੱਧ ਗਾੜਾ ਵੀ ਹੈ ਤੇ ਡੰਗਰ ਵੀ ਜ਼ਿਆਦਾ ਦਿੰਦੇ। ਚਰਾਈ ਵੀ ਕਰਦੇ ਹੋ? ਚਰਾਈ ਵੀ ਕਰਨੇ ਅਸੀਂ 2 ਵਜੇ ਲਿਆ ਕੇ ਬਣਨੇ ਆ। ਤਾਂ ਡੇਲੀ ਦੀ ਰੂਟੀਨ ਦੱਸ ਦਿਓ ਨਾ, ਇਹਨਾਂ ਦੀ ਡੇਲੀ ਦੀ ਰੂਟੀਨ ਕੀ ਹੈ? ਡੇਲੀ ਦੀ ਰੂਟੀਨ ਮਸਲ ਦੁੱਧ ਦੀ। ਅੱਛਾ, ਨਹੀਂ ਪਹਿਲਾਂ ICI ਜਿਹੜਾ ਵੰਡਾ ਦੱਸਿਆ ਜੀ, ਉਹਦੀ ਮਿਕਦਾਰ ਦੱਸੋ ਤੇ ਮਾਰਕੀਟ ਵਿੱਚ ਉਹਦੀ ਕੀਮਤ ਕੀ ਚੱਲਦੀ ਪਈ ਹੈ? ਅਸੀਂ ਸਾਰੋ 1800 ਰੁਪਏ ਦਾ ਲੈ ਰਹੇ ਹਾਂ, 1 ਮਣ ਦਾ ਤੋੜਾ ਵੇ। 1 ਮਣ ਦਾ ਤੋੜਾ ਜੀ। ਤੇ ਇੱਕ ਜਾਨਵਰ ਜਿਹੜਾ ਦੁੱਧ ਦਿੰਦਾ ਉਹਨੂੰ ਕਿੰਨੀ ਮਿਕਦਾਰ ਵਿੱਚ ਪਾਉਂਦੇ ਹੋ? ਅਸੀਂ ਸਾਰੋ ਸਮਝੋ ਕਿ ਜਿਹੜਾ ਕੋਈ 4-5 ਸਿਰ ਦੁੱਧ ਦਿੰਦਾ ਹੈ ਨਾ, ਉਹਨੂੰ ਕੋਈ 2 ਤੋਂ 3 ਕਿਲੋ ਡੇਅਰੀ ਪਾਉਣਾ ਚਾਹੀਦਾ ਡੇਲੀ। ਤੇ ਜਿਹੜਾ ਦੁੱਧ ਨਹੀਂ ਦਿੰਦਾ ਉਹਨੂੰ ਕੀ ਪਾਉਂਦੇ ਹੋ? ਜਿਹੜਾ ਦੁੱਧ ਨਹੀਂ ਦਿੰਦਾ ਸਰ, ਉਹਨੂੰ ਪੱਠੇ ਸਿਰਫ ਪਾਈਦੇ ਨੇ। ICI ਦਾ ਵੰਡਾ ਤੁਹਾਡੇ ਤਜਰਬੇ ਵਿੱਚ ਬਿਹਤਰੀਨ ਰਿਹਾ ਕਿ ਸਮਝਦੇ ਹੋ ਕੋਈ ਹੋਰ ਹੋਣਾ ਚਾਹੀਦਾ? ਕੰਪਨੀ ਅੱਛੀ ਆ, ਮਸਲਨ ਆਪਣਾ ਉਹਨੇ ਮਿਆਰ ਜਿਹੜਾ ਨਾ ਉਹ ਇੱਕ ਅੱਛਾ ਰੱਖਿਆ ਹੋਵੇ। ਫਿਰ 2-3 ਕਿਲੋ ਵੰਡਾ ਰੋਜ਼ ਦਾ ਕਿੰਨੇ ਕੁ ਪੈਸਿਆਂ ਦਾ ਬਣ ਜਾਂਦਾ ਹੈ? ਇਹ ਸਾਰਾ ਅਸੀਂ ਤਕਰੀਬਨ ਜਿਹੜਾ ਨਾ 1 ਤੋੜਾ ਡੇਲੀ ਦਾ ਪਾ ਰਹੇ ਹਾਂ ਸਾਰੇ ਜਾਨਵਰਾਂ ਨੂੰ, ਤੇ ਅੱਧਾ ਤੋੜਾ ਚੋਖਰ ਦਾ ਵੀ ਲੱਗ ਜਾਂਦਾ। ਤਕਰੀਬਨ 2500 ਰੁਪਇਆ ਸਾਡਾ ਰੋਜ਼ ਦਾ ਜਿਹੜਾ ਹੈ ਨਾ ਰੋਜ਼ ਦਾ ਉਹ ਖਰਚਾ ਆ ਜਾਂਦਾ। ਇਹ ਪੱਠਿਆਂ ਤੇ ਚਾਰੇ ਦੇ ਇਲਾਵਾ? ਹਾਂਜੀ, ਪੱਠੇ ਤੇ ਚਾਰੇ ਤੋਂ ਇਲਾਵਾ। ਵੈਰੀ ਗੁੱਡ। ਅੱਛਾ, ਇਹ ਦੱਸੋ ਦੁੱਧ ਦਾ ਰੇਟ ਤੁਹਾਡੇ ਇਲਾਕੇ ਵਿੱਚ ਕੀ ਹੈ? ਸਾਰੇ ਸਾਡੇ ਇਲਾਕੇ ਦੇ ਵਿੱਚ ਤੇ ਤਕਰੀਬਨ 80-85 ਹੋਣੀ, ਮੈਂ 90 ਰੁਪਏ ਕਿਲੋ ਦੇ ਰਿਹਾ। 90 ਰੁਪਏ ਕਿਲੋ ਵੀ ਮੁਤਮਿਨ ਹੋ ਕਿ ਜਾਂ ਘੱਟ ਹੈ? ਨਹੀਂ, ਤਕਰੀਬਨ ਮਹਿੰਗਾਈ ਦੇ ਹਿਸਾਬ ਨਾਲ ਤੇ ਘੱਟ ਹੈ ਕਿ ਚਲੋ ਅਲਹਮਦੁਲਿਲਾ ਗੁਜ਼ਾਰਾ ਹੋ ਰਿਹਾ ਵੇ। ਮਾਸ਼ਾਅੱਲਾ। ਅੱਛਾ, ਵੇਖਣੇ ਪਏ ਆ ਕਿ ਤੁਹਾਡੀਆਂ ਮੱਝਾਂ ਦੇ ਵਿੱਚ ਗਾਈਆਂ ਵੀ ਨੇ ਜੀ। ਗਾਈਆਂ ਦੀ ਨਸਲ ਤੇ ਦੁੱਧ ਵੀ ਦੱਸੋ। ਸਾਰੇ ਗਾਈਆਂ ਦੀ ਨਸਲ ਜਿਹੜੀ ਹੈ ਨਾ, ਇਹ ਸਾਹੀਵਾਲ ਜਿਹੜੀ ਆਹ ਰੱਖੀਆਂ ਨੇ, ਇਹਨਾਂ ਦਾ ਦੁੱਧ ਦੇ ਵਿੱਚ ਅਸੀਂ ਵਿੱਚ ਮਿਕਸ ਕਰ ਲੈਂਦੇ ਆ। ਅੱਛਾ। ਇਹ ਸਾਡਾ ਚੱਲ ਜਾਂਦਾ ਵੇ। ਇੰਪੋਰਟਡ ਜਿਹੜਾ ਉਹਦਾ ਰੰਗ ਜ਼ਰਾ ਨਾ ਪੀਲਾ ਹੁੰਦਾ ਦੁੱਧ ਦਾ, ਤੇ ਫਿਰ ਉਹ ਨਹੀਂ ਗਾਹਕ ਪਸੰਦ ਨਹੀਂ ਕਰਦਾ। ਬਿਲਕੁਲ ਠੀਕ ਇਹ ਹੈ। ਦੇਸੀ ਜਾਨਵਰ ਨੇ ਵਿੱਚ ਤਾਂ ਰੱਖੇ ਨੇ ਕਿ ਨਾ ਦੁੱਧ ਵਿੱਚ ਮਿਕਸ ਹੋ ਜਾਂਦਾ, ਸਾਡਾ ਚੱਲ ਜਾਂਦਾ। ਬਿਲਕੁਲ ਠੀਕ ਹੈ। ਇਹ ਜਿਹੜਾ ਤੁਹਾਡਾ ਡੇਅਰੀ ਫਾਰਮ ਹੈ, ਹਵੇਲੀ ਹੈ, ਇਹ ਕਿੰਨੀ ਕੁ ਜਗ੍ਹਾ ਤੇ ਹੈ? ਇਹ ਸਰ 14 ਮਰਲਿਆਂ ਤੇ ਵੇ। 14 ਮਰਲਿਆਂ ਤੇ ਜਦੋਂ ਬਣਾਈ ਸੀ ਕਿੰਨੇ ਕੁ ਪੈਸੇ ਲਾ ਬੈਠੇ ਸੋ? ਇਹ ਤਕਰੀਬਨ ਸਰ 6,40,000 ਦੀ ਜਗ੍ਹਾ ਲਈ ਸੀ। ਅੱਛਾ, ਜਗ੍ਹਾ ਵੀ ਮੁੱਲ ਲਈ ਸੀ? ਮੁੱਲ ਲਈ ਸੀ। ਠੀਕ ਹੈ। ਤੇ ਇੰਨੇ ਹੀ ਸਰ ਮੈਂ ਕੋਈ ਉੱਤੇ ਲਾਇਆ ਤਕਰੀਬਨ ਉੱਤੇ ਲੱਗ ਗਿਆ। ਕੀ ਸਮਝਦੇ ਹੋ ਕਿ ਤੁਹਾਡੀ ਡੇਅਰੀ ਫਾਰਮ ਦੀ ਜਗ੍ਹਾ ਜਿੰਨੇ ਜਾਨਵਰ ਨੇ ਮੈਨੂੰ ਤੇ ਘੱਟ ਲੱਗਦੀ ਪਈ ਹੈ? ਸਾਰਾ ਅਲਹਮਦੁਲਿਲਾ ਗੁਜ਼ਾਰਾ ਸਾਡਾ ਅੱਛੇ ਤਰੀਕੇ ਨਾਲ ਹੋ ਰਿਹਾ। ਮਾਸ਼ਾਅੱਲਾ। ਮਾਲਕ ਦਾ ਲੱਖ ਵਾਰੀ ਸ਼ੁਕਰ ਹੈ। ਸਰਦੀਆਂ ਦੇ ਦਿਨ ਪੇ ਚੱਲਦੇ ਨੇ? ਹਾਂਜੀ, ਚੱਲਦੇ ਨੇ। ਤੇ ਇਹ ਜਾਨਵਰਾਂ ਨੂੰ ਰਾਤ ਤੇ ਕਿੱਥੇ ਰੱਖਦੇ ਹੋ? ਅਸੀਂ ਸਰ ਤਕਰੀਬਨ ਕੋਈ 2 ਤੋਂ 3 ਘੰਟੇ ਇਹਨਾਂ ਨੂੰ ਅੰਦਰ ਖਿਲਾਰਨੇ ਆ। ਸਾਰਿਆਂ ਨੂੰ ਬਾੜ ਦਿੰਦੇ ਹੋ? 2 ਵਜੇ ਫਿਰ ਅਸਾਂ ਬਾਹਰ ਕੱਢ ਲੈਂਦੇ। ਮੱਝਾਂ ਆਪਸ ਵਿੱਚ ਮਰਦੀਆਂ ਭਿੜਦੀਆਂ ਤੇ ਨਹੀਂ? ਨਹੀਂ ਸਰ, ਇਹਨਾਂ ਦਾ ਇਤਫਾਕ ਹੈ, ਆਪੋ ਇਕੱਠੀਆਂ ਜੋ ਰਹਿਣਾ। ਚਲੋ ਮਾਸ਼ਾਅੱਲਾ। ਅੱਛਾ, ਬੇਸ਼ੁਮਾਰ ਡੇਅਰੀ ਫਾਰਮ ਤੇ ਭਾਈਜਾਨ ਗਏ ਹਾਂ ਅਸੀਂ, ਤੇ ਇਹ ਜਿਹੜੇ ਕੱਟੜੇ ਤੇ ਬੱਛੜੇ ਨੇ ਇਹ ਲੋਕ ਛੋਟੀ ਉਮਰ ਵਿੱਚ ਵੇਚ ਛੱਡਦੇ ਨੇ। ਜੀ ਜੀ। ਕੀ ਸਮਝਦੇ ਹੋ ਕਿਉਂ ਵੇਚਦੇ ਨੇ? ਸਰ ਉਹਨਾਂ ਦਾ ਜ਼ਿਆਦਾ ਨਾ ਉਹ ਪੱਠਾ ਜ਼ਿਆਦਾ ਉਹਨਾਂ ਮੁੱਲ ਪਾਣਾ ਹੁੰਦਾ ਤੇ ਉਹਨਾਂ ਨੂੰ ਨਹੀਂ ਐਡਾ ਰਿਲੀਫ ਮਿਲਦਾ। ਸਾਡਾ ਇਹ ਵੇ ਕਿ ਬੱਚੇ ਰਹਿਣਗੇ ਤੇ ਸਾਡੀ ਇਹੀ ਕਮੇਟੀ ਹੈ, ਸਾਡਾ ਸਰਕਟ ਚੱਲ ਜਾਂਦਾ। ਅੱਛਾ ਵੀਰ ਜੀ, ਇਹ ਦੱਸੋ ਕਿ ਹਕੂਮਤ ਪੰਜਾਬ ਨੇ, ਪਾਕਿਸਤਾਨ ਨੇ ਕੱਟੇ ਪਾਲਣ ਵਾਸਤੇ ਇੱਕ ਸਕੀਮ ਦਾ ਐਲਾਨ ਕੀਤਾ ਹੈ। ਜੀ ਜੀ। ਅਗਰ ਕੋਈ ਕਿਸਾਨ ਵੀਰ ਛੋਟੇ ਕਟੜੇ ਪਾਲਦਾ ਹੈ ਤੇ ਹਕੂਮਤ ਉਹਦੀ ਮਦਦ ਕਰਦੀ ਹੈ, ਕਿਆ ਤੁਸੀਂ ਇਹ ਮਦਦ ਵਾਸਤੇ ਅਪਲਾਈ ਕੀਤਾ ਹੈ? ਨਹੀਂ ਸਰ, ਸਾਨੂੰ ਤਾਂ ਅਜੇ ਤੱਕ ਕਿਸੇ ਨੇ ਤੁਹਾਡੇ ਤੋਂ ਇਲਾਵਾ ਤੁਹਾਡੇ ਕੋਲ ਸੁਣਿਆ, ਸਾਨੂੰ ਨਹੀਂ ਕਿਸੇ ਨੇ ਆ ਕੇ ਕਿਹਾ ਕਿ ਆ ਸਕੀਮ ਚੱਲ ਰਹੀ ਹੈ। ਚਲੋ ਅਸੀਂ ਤੁਹਾਨੂੰ ਬਰੀਫ ਕਰਨੇ ਆ ਕਿ ਤੁਸੀਂ ਉਹ ਇਮਦਾਦ ਕਿਸ ਤਰ੍ਹਾਂ ਲੈ ਸਕਦੇ ਹੋ। ਠੀਕ ਹੈ। ਅੱਛਾ, ਇਹ ਵੀ ਦੱਸੋ ਕਿ ਹੁਣ ਇਹ ਜਿਹੜੇ ਜਾਨਵਰ ਨੇ ਇਹਨਾਂ ਨੂੰ ਪੂਰਾ ਦਿਨ ਇੱਥੇ ਹੀ ਰੱਖਦੇ ਹੋ? ਨਹੀਂ ਸਰ, ਅਸੀਂ ਬਾਹਰ ਖੋਲ੍ਹਦੇ ਹਾਂ। ਸਵੇਰ 9 ਵਜੇ ਲੈ ਜਾਣੇ ਨੇ, 2:30 ਵਜੇ ਲਿਆਉਣੇ ਨੇ ਸਰ, 2 ਤੋਂ 2:30 ਵਜੇ। 9 ਤੋਂ 2:30 ਤੇ ਬਾਹਰ ਫਿਰ ਕਿੰਨੇ ਬੰਦੇ ਚਰਾਈ ਕਰਦੇ ਹੋ? ਨਹੀਂ ਸਰ, ਇਹਨਾਂ ਨਾਲ ਹੁਣ ਤੇ ਜਗ੍ਹਾ ਖਾਲੀ ਹਨ। ਪਹਿਲੇ ਤੇ ਅਸੀਂ 4 ਦੇ ਸਾਂ, ਇਕੱਲਾ ਹੀ ਬੰਦਾ ਜੀ। ਤੇ ਹੁਣ ਸਰ ਜਗ੍ਹਾ ਜਿਹੜੀਆਂ ਨੇ ਬਾਹਰ ਲੋਕਾਂ ਨੇ ਗੰਦਮ ਬੀਜ ਲਈ ਹੈ ਜੀ, ਤੇ ਹੁਣ ਥੋੜੀ ਜਿਹੀ ਜਗ੍ਹਾ ਉੱਥੇ ਖਿਲਾਰ ਕੇ ਇਹਨਾਂ ਦਾ ਟਾਈਮ ਪਾਸ ਕਰ ਲਈਦਾ ਕਿ ਚਲੋ ਵਰਜ਼ਿਸ਼ ਹੋ ਜਾਂਦੀ ਹੈ ਇਹਨਾਂ ਦੀ ਜੀ। ਫਿਰ ਦੁੱਧ ਅੱਛਾ ਦੇ ਦਿੰਦੀਆਂ ਨੇ। ਮਾਸ਼ਾਅੱਲਾ। ਅੱਛਾ, ਯਾਨੀ ਕਿ ਚਰਾਈ ਨਾਲ ਤੁਹਾਡੇ ਅਖਰਾਜਾਤ ਵੀ ਕਾਫੀ ਕਮ ਹੋ ਜਾਂਦੇ ਕੰਮ ਨੇ? ਹੋ ਜਾਂਦੇ ਨੇ, ਗੁਜ਼ਾਰਾ ਕਰ ਲੈਂਦੀਆਂ ਨੇ। ਠੀਕ ਹੈ। ਉਹਦੇ 'ਚ ਪੱਠਾ ਫਿਰ ਥੋੜਾ ਘੱਟ ਸਾਨੂੰ ਪਾਉਣਾ ਪੈਂਦਾ। ਵੈਰੀ ਗੁੱਡ। ਅੱਛਾ, ਇਹ ਦੱਸੋ ਕਿ ਜਿਹੜੇ ਇਹ ਜਾਨਵਰ ਨੇ ਇਹਨਾਂ ਨੂੰ ਹੋਰ ਨਹਾਉਣ ਧੋਣ ਦਾ ਸਿਸਟਮ, ਸਫਾਈ ਸੁਥਰਾਈ ਦਾ ਅਮਲ, ਇਹ ਵੀ ਤੁਸੀਂ ਘਰ ਦੀ ਕਰਦੇ ਹੋ? ਹਾਂਜੀ, ਆਪਣੇ ਘਰ ਦਾ ਸਾਡਾ ਮੁਲਾਜ਼ਮ ਕੋਈ ਨਹੀਂ ਸਾਰਾ। ਇੱਕ ਕਿਸਾਨ ਵੀਰ ਕਹਿੰਦੇ ਨੇ ਕਿ ਮੱਝਾਂ ਨੂੰ ਸਰਦੀਆਂ ਵਿੱਚ ਨੁਆਈਏ ਤੇ 1 ਕਿਲੋ ਦੁੱਧ ਘਟਾ ਜਾਂਦੀਆਂ ਨੇ। ਜੀ ਜੀ। ਤੁਹਾਡਾ ਕੀ ਤਜਰਬਾ ਕਹਿੰਦਾ ਹੈ? ਸਰ ਖੁਰਾਕ ਅੱਛੀ ਹੋਏ ਤੇ ਮੈਂ ਨਹੀਂ ਐਸਾ ਗੱਲ ਸਮਝਦਾ ਕਿ ਘਟਾਏ ਡੰਗਰ ਨੂੰ ਖੁਰਾਕ ਅੱਛੀ ਮਿਲੇ
ਗੁੜ ਛੋੜਿਆਂ ਨੂੰ ਦਿੱਤਾ ਜਾਏ ਵੰਡਾ, ਤਕਰੀਬਨ ਸਮਝੋ ਅੱਗੇ ਤੁਸੀਂ 2 ਕਿਲੋ ਪਾਉਂਦੇ ਉਹਨਾਂ ਨੂੰ 3 ਤੋਂ 3.5 ਕਿਲੋ ਕਰ ਦਿਓ, ਡੰਗਰ ਨਹੀਂ ਠੰਡ ਮੰਨਦਾ। ਮਾਸ਼ਾਅੱਲਾ। ਖੁਰਾਕ ਦੀ ਗੱਲ ਹੈ। ਤੁਹਾਡੇ ਜਿਹੜੇ ਬੱਚੇ ਨੇ ਉਹ ਤੁਹਾਡੇ ਨਾਲ ਇਹ ਵੀ ਕੰਮ ਕਰਦੇ ਪਏ ਨੇ ਜੀ ਬਿਲਕੁਲ। ਤੁਸੀਂ ਅੱਗੋਂ ਕੀ ਸੋਚਿਆ, ਉਹਨਾਂ ਨੂੰ ਕਿਤੇ ਬਾਹਰ ਭੇਜੋਗੇ ਜਾਂ ਐਸੇ ਕੰਮ ਵਿੱਚ ਰੱਖੋਗੇ? ਸਰ ਅਲਹਮਦੁਲਿਲਾ ਮੈਂ ਤਾਂ ਸਮਝਣਾ ਕਿ ਬਹੁਤ ਅੱਛਾ ਕੰਮ ਹੈ ਮਾਸ਼ਾਅੱਲਾ, ਮਗਰ ਬੱਚੇ ਥੋੜਾ ਜਿਹਾ ਮੁਸ਼ਕਲ ਸਮਝਦੇ ਨੇ, ਮੁਸ਼ਕਲ ਵੀ ਸਮਝਦੇ, ਗੰਦਾ ਕੰਮ ਵੀ ਸਮਝਦੇ ਨੇ। ਤੇ ਹਜੇ ਇਹ ਵੇ ਕਿ ਬੱਚੇ ਨੇ, ਉਹਨਾਂ ਦੀ ਸੋਚ ਨਹੀਂ ਹਜੇ ਬੱਚਿਆਂ ਵਾਲੀ ਹੈ। ਜੀ ਬਿਲਕੁਲ। ਅਲਹਮਦੁਲਿਲਾ ਸਾਡੇ ਵੰਗਰਾਂ ਹੋ ਜਾਣਗੇ ਤੇ ਫਿਰ ਉਹ ਸਮਝਣਗੇ ਕਿ ਠੀਕ ਹੈ। ਮਾਸ਼ਾਅੱਲਾ। ਹਾਂਜੀ। ਅੱਛਾ, ਤੁਹਾਡੇ ਅੱਗੋਂ ਮੁਸਤਕਬਲ ਦੇ ਮਨਸੂਬੇ ਕੀ ਨੇ? ਇਸ ਫਾਰਮਿੰਗ ਨੂੰ ਘਟਾਓਗੇ ਜਾਂ ਵਧਾਓਗੇ? ਸਰ ਮੇਰੀ ਕੋਸ਼ਿਸ਼ ਹੈ ਕਿ ਅਲਹਮਦੁਲਿਲਾ ਕਿਤੇ ਜਗ੍ਹਾ ਮਿਲੇ ਤੇ ਇਨਸ਼ਾਅੱਲਾ ਇਹਨੂੰ ਵਧਾਵਾਂਗੇ ਘਟਾਵਾਂਗੇ ਨਹੀਂ। ਇਨਸ਼ਾਅੱਲਾ ਰੱਬ ਇਨਸ਼ਾਅੱਲਾ ਜ਼ਿੰਦਗੀ ਦਿੱਤੀ। ਮਾਸ਼ਾਅੱਲਾ। ਬੇਸ਼ੁਮਾਰ ਕਿਸਾਨ ਵੀਰ ਸਾਰੀ ਦੁਨੀਆ ਤੋਂ ਤੁਹਾਨੂੰ ਵੇਖਦੇ ਪਏ ਨੇ। ਜੀ ਜੀ। ਤੁਸੀਂ ਡੇਅਰੀ ਫਾਰਮਿੰਗ ਦੇ ਹਵਾਲੇ ਨਾਲ ਉਹਨਾਂ ਨੂੰ ਮਸ਼ਵਰਾ ਕੀ ਦੇਣਾ ਪਸੰਦ ਕਰੋਗੇ? ਮਸ਼ਵਰਾ ਸਰ ਇਹ ਹੈ ਕਿ ਬਹੁਤ ਅੱਛਾ ਕੰਮ ਹੈ ਜੀ। ਤੇ ਬੈਨੀਫਿਟ ਵੀ ਠੀਕ ਹੈ ਜੀ। ਬੰਦੇ ਵਾਸਤੇ, ਜੀ ਤੇ ਬਹੁਤ ਹੀ ਇੱਕ ਇਮਾਨਦਾਰੀ ਨਾਲ ਬੰਦਾ ਟੁਰੇ ਤੇ ਬਹੁਤ ਅੱਛਾ, ਜੀ ਬਹੁਤ ਹੀ ਅੱਛਾ। ਅੱਲਾਹ ਤਾਲਾ ਰੋਟੀ ਬਹੁਤ ਅੱਛੇ ਤਰੀਕੇ ਨਾਲ ਦਿੰਦਾ ਹੈ। ਜੀ। ਹਾਂਜੀ। ਤੁਹਾਡੇ ਨਾਲ ਗੱਲਾਂ ਕਰਨ ਦਾ ਬੜੀ ਮਜ਼ਾ ਆਉਂਦਾ ਪਿਆ, ਲੇਕਿਨ ਵੀਡੀਓ ਦਾ ਸਾਈਜ਼ ਜੋ ਅਸੀਂ ਰੱਖਿਆ ਉਹ ਤਕਰੀਬਨ ਪੂਰਾ ਹੋ ਗਿਆ। ਠੀਕ ਹੈ। ਅੱਲਾਹ ਤਾਲਾ ਦੀ ਜ਼ਾਤ ਤੁਹਾਨੂੰ ਮਜ਼ੀਦ ਕਾਮਯਾਬ ਕਰੇ, ਬਰਕਤ ਦੇ। ਤੁਹਾਡੀ ਵਾਹ ਸਾਰੀ ਮਿਹਰਬਾਨੀ। ਅੱਲਾਹ ਤੁਹਾਨੂੰ ਖੁਸ਼ ਰੱਖੇ। ਬਹੁਤ ਸ਼ੁਕਰੀਆ।